ਹੁਣ ਤੱਕ ਤੁਸੀਂ ਪੜ੍ਹਿਆ ਕਿ ਜਦੋਂ ਮੇਰੀ ਸੱਸ ਨੇ ਮੇਰੇ ਸਹੁਰੇ ਨੂੰ ਜੋ ਖਾਣਾ ਦਿੱਤਾ ਤਾਂ ਇਹ ਦੇਖ ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਆਪਣੇ ਸਹੁਰੇ ਨਾਲ ਅਜਿਹਾ ਸਲੂਕ ਦੇਖ ਕੇ ਮੇਰੇ ਸੰਗ 'ਚੋਂ ਇੱਕ ਨਵਾਲਾ ਨਾ ਉਤਰਿਆ ਤੇ ਮੈਂ ਚੁੱਪਚਾਪ ਉੱਠ ਕੇ ਚਲੀ ਗਈ। ਮੇਰੇ ਪਤੀ ਨੇ ਮਹਿਸੂਸ ਕਰ ਲਿਆ ਸੀ ਕਿ ਮੈਂ ਖਾਣਾ ਨਹੀਂ ਖਾਧਾ, ਪਰ ਉਹ ਸਾਰਿਆਂ ਦੇ ਸਾਹਮਣੇ ਚੁੱਪ ਰਹੇ ਤੇ ਜਦੋਂ ਮੈਂ ਕਮਰੇ 'ਚ ਸਾਰਾ ਕੰਮ ਖਤਮ ਕਰਕੇ ਆਈ ਤਾਂ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਮੈਂ ਖਾਣਾ ਕਿਉਂ ਨਹੀਂ ਖਾਧਾ। ਮੈਨੂੰ ਆਪਣੇ ਪਤੀ 'ਤੇ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ। ਉਹ ਕਿਵੇਂ ਆਪਣੇ ਪਿਤਾ ਨਾਲ ਅਜਿਹਾ ਹੁੰਦੇ ਹੋਏ ਬਰਦਾਸ਼ਤ ਕਰ ਰਿਹਾ ਸੀ। ਅਚਾਨਕ ਮੇਰੀਆਂ ਅੱਖਾਂ 'ਚ ਹੰਝੂ ਆਉਣ ਲੱਗੇ। ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਡਰ ਲੱਗਦਾ ਹੈ ਕਿ ਮੇਰਾ ਬੇਟਾ ਵੀ ਕਿਤੇ ਤੁਹਾਡੇ ਵਰਗਾ ਨਾ ਹੋਵੇ ਜੋ ਤੁਹਾਨੂੰ ਇੱਕ ਇੱਕ ਬੁਰਕੀ ਲਈ ਤਰਸਾ ਦੇਵੇ। ਇਹ ਸੁਣ ਕੇ ਮੇਰਾ ਪਤੀ ਹੈਰਾਨ ਰਹਿ ਗਿਆ ਕਿ ਮੈਂ ਇਹ ਕੀ ਆਖ ਰਹੀ ਹਾਂ। ਅਰਜੁਨ ਨੇ ਮੈਨੂੰ ਕਿਹਾ ਕਿ ਮੇਰਾ ਦਿਮਾਗ ਤਾਂ ਠੀਕ ਹੈ, ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੋ? ਮੇਰੀ ਔਲਾਦ ਮੇਰੇ ਨਾਲ ਅਜਿਹਾ ਕਿਉਂ ਕਰੇਗੀ? ਮੈਂ ਅਰਜੁਨ ਵੱਲ ਦੇਖਦੇ ਤੇ ਰੋਂਦੇ ਹੋਏ ਕਿਹਾ ਕਿ ਜਦੋਂ ਤੁਸੀਂ ਆਪਣੇ ਪਿਤਾ ਨਾਲ ਹੋਣ ਵਾਲੇ ਜ਼ੁਲਮ ਨੂੰ ਦੇਖ ਕੇ ਆਪਣੀਆਂ ਅੱਖਾਂ ਬੰਦ ਕਰ ਸਕਦੇ ਹੋ ਤਾਂ ਭਲਾ ਤੁਹਾਡੀ ਔਲਾਦ ਤੁਹਾਡੇ ਨਾਲ ਅਜਿਹਾ ਕਿਉਂ ਨਹੀਂ ਕਰ ਸਕਦੀ? ਇਹ ਸੁਣ ਕੇ ਅਰਜੁਨ ਨੇ ਮੈਨੂੰ ਕਿਹਾ ਕਿ ਤੇਰੇ ਲਈ ਇਹੀ ਚੰਗਾ ਹੈ ਕਿ ਤੂੰ ਚੁੱਪਚਾਪ ਸੋ ਜਾ। ਜਦੋਂ ਕਿਸੇ ਚੀਜ਼ ਬਾਰੇ ਪਤਾ ਨਾ ਹੋਵੇ ਤਾਂ ਉਸ ਬਾਰੇ ਗੱਲ ਨਹੀਂ ਕਰਨੀ ਚਾਹੀਦੀ। ਅਰਜੁਨ ਆਪਣੀ ਗੱਲ ਪੂਰੀ ਕਰਕੇ ਸੌਣ ਲਈ ਪੈ ਗਿਆ, ਪਰ ਮੇਰੇ ਦਿਲ 'ਚ ਤਾਂ ਜਿਵੇਂ ਅੱਗ ਬਲ ਰਹੀ ਸੀ। ਮੈਨੂੰ ਇਹ ਸੋਚ ਕੇ ਦੁੱਖ ਹੋ ਰਿਹਾ ਸੀ ਕਿ ਜੇਕਰ ਭਗਵਾਨ ਨੇ ਸਾਡੇ ਤੋਂ ਇਸ ਗੱਲ ਦਾ ਹਿਸਾਬ ਲਿਆ ਤਾਂ ਅਸੀਂ ਕੀ ਜਵਾਬ ਦੇਵਾਂਗੇ, ਤੇ ਜੇਕਰ ਮੇਰੀ ਔਲਾਦ ਵੀ ਅਰਜੁਨ ਨਾਲ ਇਹੀ ਕਰੇਗੀ ਤਾਂ ਅਰਜੁਨ ਕੀ ਕਰੇਗਾ? ਕਿਉਂਕਿ ਕਰਮਾਂ ਦਾ ਫਲ ਤਾਂ ਇਸੇ ਦੁਨੀਆ 'ਚ ਮਿਲ ਜਾਂਦਾ ਹੈ ਅਤੇ ਜੋ ਕੁਝ ਅਸੀਂ ਬੀਜਾਂਗੇ ਉਹੀ ਸਾਨੂੰ ਵੱਢਣਾ ਪੈਂਦਾ ਹੈ। ਮੈਨੂੰ ਸਾਰੀ ਰਾਤ ਨੀਂਦ ਨਾ ਆਈ ਤੇ ਜਦੋਂ ਤੋਂ ਮੈਂ ਰਾਤ ਦੇ ਖਾਣੇ ਤੇ ਇਹ ਦ੍ਰਿਸ਼ ਦੇਖਿਆ ਸੀ ਕਿ ਮੇਰੀ ਸੱਸ ਨੇ ਮੇਰੇ ਸਹੁਰੇ ਨੂੰ ਪਲੇਟ 'ਚ 2 ਕੱਚੀਆਂ ਸਬਜ਼ੀਆਂ ਤੇ ਕੱਚਾ ਆਟਾ ਪਾ ਕੇ ਸਾਹਮਣੇ ਰੱਖ ਦਿੱਤਾ ਸੀ ਤਾਂ ਸਗੋਂ ਜਾਨ ਹੀ ਨਿਕਲ ਗਈ ਸੀ। ਨਾਲ ਉਹ ਮੇਰੇ ਸਹੁਰੇ ਨੂੰ ਬਹੁਤ ਜ਼ਿਆਦਾ ਬੁਰਾ ਆਖਦਿਆਂ ਬੋਲ ਰਹੀ ਸੀ ਕਿ ਤੈਨੂੰ ਤਾਜ਼ਾ ਖਾਣੇ ਦਾ ਬਹੁਤ ਸ਼ੌਂਕ ਉੱਠਿਆ ਹੈ ਤਾਂ ਇਹ ਲੈ ਬਿਲਕੁਲ ਤਾਜ਼ਾ ਖਾਣਾ ਖਾ। ਤੂੰ ਜਾਣ ਬੁੱਝ ਕੇ ਬਦਬੂਦਾਰ ਖਾਣਾ ਛੱਤ 'ਤੇ ਪਾਇਆ, ਹੁਣ ਤੈਨੂੰ ਇਸੇ ਨਾਲ ਪੇਟ ਭਰਨਾ ਪਵੇਗਾ। ਮੇਰਾ ਸਹੁਰਾ ਇਸ ਸਮੇਂ ਬੇਵੱਸ ਸੀ। ਖਾਣਾ ਉਹਨਾਂ ਨੇ ਨਹੀਂ ਸਗੋਂ ਮੈਂ ਛੱਤ 'ਤੇ ਪਾਇਆ ਸੀ ਤੇ ਹੁਣ ਇਸ ਗੱਲ ਦੀ ਸਜ਼ਾ ਉਹਨਾਂ ਨੂੰ ਭੁਗਤਣੀ ਪੈ ਰਹੀ ਸੀ। ਜਿਵੇਂ ਤਿਵੇਂ ਮੇਰੀ ਰਾਤ ਲੰਘੀ ਤੇ ਸਵੇਰੇ ਹੁੰਦੇ ਹੀ ਮੈਂ ਕਮਰੇ 'ਚੋਂ ਨਿਕਲੀ ਤਾਂ ਮੇਰੇ ਸਾਹਮਣੇ ਹੀ ਵਿਹੜੇ 'ਚ ਮੇਰਾ ਸਹੁਰਾ ਉਸੇ ਟੁੱਟੇ ਹੋਏ ਮੰਜੇ ਤੇ ਪੂਜਾ ਕਰ ਰਿਹਾ ਸੀ। ਮੈਂ ਉਹਨਾਂ ਕੋਲ ਜਾ ਕੇ ਬੈਠ ਗਈ ਤੇ ਜਿਵੇਂ ਹੀ ਉਹਨਾਂ ਦੀ ਪੂਜਾ ਖਤਮ ਹੋਈ ਤਾਂ ਉਹ ਮੈਨੂੰ ਦੇਖ ਕੇ ਪੁੱਛਣ ਲੱਗੇ, ਕੀ ਗੱਲ ਹੈ ਬੇਟਾ, ਅੱਜ ਐਨੀ ਜਲਦੀ ਕਿਵੇਂ ਉੱਠ ਗਏ? ਇਹ ਸੁਣ ਕੇ ਮੇਰੀਆਂ ਅੱਖਾਂ 'ਚ ਫਿਰ ਤੋਂ ਹੰਝੂ ਆਉਣ ਲੱਗੇ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਬੇਹਾ ਖਾਣਾ ਮੈਂ ਹੀ ਛੱਤ 'ਤੇ ਪਾਇਆ ਸੀ ਤਾਂ ਕਿ ਤੁਹਾਨੂੰ ਬਦਬੂਦਾਰ ਖਾਣਾ ਨਾ ਖਾਣਾ ਪਵੇ, ਪਰ ਮੈਂ ਨਹੀਂ ਜਾਣਦੀ ਸੀ ਕਿ ਮੇਰੇ ਇਸ ਕੰਮ ਕਰਕੇ ਤੁਸੀਂ ਖਾਣਾ ਹੀ ਨਹੀਂ ਖਾ ਸਕੋਗੇ। ਮੈਂ ਤੁਹਾਡੇ ਤੋਂ ਮਾफ़ੀ ਮੰਗਦੀ ਹਾਂ। ਮੇਰੇ ਸਹੁਰੇ ਨੇ ਮੇਰੇ ਹੱਥਾਂ ਨੂੰ ਹੇਠਾਂ ਕਰਦੇ ਕਿਹਾ ਕਿ ਬੇਟਾ, ਇਸ 'ਚ ਮੁਆਫ਼ੀ ਦੀ ਕੀ ਗੱਲ ਹੈ? ਤੂੰ ਤਾਂ ਮੇਰੇ ਲਈ ਚੰਗਾ ਹੀ ਸੋਚ ਰਹੀ ਸੀ, ਪਰ ਮੇਰੇ ਨਸੀਬ 'ਚ ਹੁਣ ਸਾਰੀ ਉਮਰ ਖਰਾਬ ਖਾਣਾ ਹੀ ਲਿਖਿਆ ਹੈ। ਅੱਜ ਮੈਂ ਇਸ ਗੱਲ 'ਤੇ ਵੀ ਬਹੁਤ ਜ਼ਿਆਦਾ ਹੈਰਾਨ ਹੋ ਰਹੀ ਸੀ ਕਿ ਇੰਨੀ ਜ਼ਿਆਦਾ ਠੰਡ ਦੇ ਮੌਸਮ 'ਚ ਮੇਰਾ ਸਹੁਰਾ ਖੁੱਲ੍ਹੇ ਆਸਮਾਨ ਹੇਠ ਮੰਜੇ 'ਤੇ ਕਿਉਂ ਸੌਂਦਾ ਹੈ ਜਦੋਂ ਕਿ ਮੇਰੀ ਸੱਸ ਆਪਣੇ ਕਮਰੇ 'ਚ ਆਰਾਮ ਨਾਲ ਸੋ ਰਹੀ ਸੀ। ਮੈਂ ਆਪਣੇ ਸਹੁਰੇ ਤੋਂ ਹਿੰਮਤ ਕਰਕੇ ਪੁੱਛ ਹੀ ਲਿਆ ਕਿ ਪਿਤਾ ਜੀ, ਆਖਰ ਅਜਿਹੀ ਕੀ ਗੱਲ ਹੈ ਕਿ ਤੁਹਾਡੀ ਔਲਾਦ ਨੂੰ ਵੀ ਤੁਹਾਡੀ ਇਸ ਗੱਲ ਦਾ ਅਹਿਸਾਸ ਨਹੀਂ ਤੇ ਮਾਂ ਵੀ ਤੁਹਾਡੇ ਨਾਲ ਬਹੁਤ ਜ਼ਿਆਦਾ ਬੁਰਾ ਵਿਵਹਾਰ ਕਰਦੀ ਹੈ। ਘਰ 'ਚ ਸਾਰੇ ਤਾਜ਼ਾ ਖਾਣਾ ਖਾਂਦੇ ਹਨ, ਪਰ ਤੁਹਾਨੂੰ 2 ਦਿਨ ਦਾ ਬੇਹੱਦ ਤੇ ਬਦਬੂਦਾਰ ਖਾਣਾ ਹੀ ਦਿੱਤਾ ਜਾਂਦਾ ਹੈ। ਮੇਰੀ ਗੱਲ ਸੁਣ ਕੇ ਥੋੜ੍ਹਾ ਜਿਹਾ ਮੁਸਕਰਾਏ ਤੇ ਆਖਣ ਲੱਗੇ ਕਿ ਮੈਨੂੰ ਖੁਸ਼ੀ ਹੈ ਕਿ ਮੇਰੀ ਨੂੰਹ ਨੂੰ ਮੇਰਾ ਇੰਨਾ ਜ਼ਿਆਦਾ ਖਿਆਲ ਹੈ, ਪਰ ਤੇਰੀ ਸੱਸ ਮੇਰੇ ਨਾਲ ਬੁਰਾ ਵਿਵਹਾਰ ਨਹੀਂ ਕਰਦੀ ਤੇ ਨਾ ਹੀ ਮੇਰੇ ਬੱਚੇ ਬੁਰੇ ਹਨ, ਸਗੋਂ ਮੈਂ ਉਹੀ ਸਭ ਕੁਝ ਭੁਗਤ ਰਿਹਾ ਹਾਂ ਜੋ ਮੈਂ ਬੀਜਿਆ ਸੀ। ਆਪਣੇ ਸਹੁਰੇ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਆਪਣੀ ਪਤਨੀ ਤੇ ਬੱਚਿਆਂ ਤੋਂ ਕੋਈ ਸ਼ਿਕਾਇਤ ਨਹੀਂ ਸੀ, ਜਦੋਂ ਕਿ ਉਹਨਾਂ ਦੀ ਹਾਲਤ ਦੇਖ ਕੇ ਤਾਂ ਮੇਰਾ ਆਪਣਾ ਦਿਲ ਸੜਦਾ ਸੀ। ਠੰਡ ਬਹੁਤ ਜ਼ਿਆਦਾ ਹੋ ਰਹੀ ਸੀ
ਤੇ ਅਜੇ ਤੱਕ ਕੋਈ ਆਪਣੇ ਕਮਰੇ 'ਚੋਂ ਨਹੀਂ ਸੀ ਨਿਕਲਿਆ। ਮੈਂ ਸ਼ਾਲ ਲਪੇਟੀ ਆਪਣੇ ਸਹੁਰੇ ਕੋਲ ਹੀ ਬੈਠੀ ਸੀ। ਉਹ ਹੌਲੀ-ਹੌਲੀ ਮੈਨੂੰ ਸਭ ਕੁਝ ਦੱਸਣ ਲੱਗੀ, ਜਿਸ ਨੂੰ ਸੁਣ ਕੇ ਮੇਰੀ ਰੂਹ ਕੰਬ ਗਈ। ਮੇਰੇ ਸਹੁਰੇ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਮੇਰੀ ਸੱਸ ਨਾਲ ਵਿਆਹ ਹੋਇਆ ਤਾਂ ਉਹਨਾਂ ਦੋਵਾਂ ਦੀ ਉਮਰ 'ਚ ਬਹੁਤ ਜ਼ਿਆਦਾ ਫਰਕ ਸੀ। ਤੇਰੀ ਸੱਸ ਇੱਕ 16 ਸਾਲ ਦੀ ਉਮਰ ਦੀ ਲੜਕੀ ਸੀ ਜਦੋਂ ਕਿ ਮੈਂ 32 ਦਾ ਸੀ। ਮੇਰੇ ਸਹੁਰੇ ਨੇ ਦੱਸਿਆ ਕਿ ਉਹਨਾਂ ਦੀ ਮਾਂ ਨੇ ਜਾਣਬੁੱਝ ਕੇ ਉਹਨਾਂ ਦਾ ਵਿਆਹ ਬਹੁਤ ਜ਼ਿਆਦਾ ਦੇਰ ਨਾਲ ਕਰਵਾਇਆ, ਕਿਉਂਕਿ ਉਹ ਘਰ 'ਚ ਇਕੱਲੇ ਕਮਾਉਣ ਵਾਲੇ ਸਨ ਤੇ 6 ਭੈਣਾਂ ਦੇ ਇਕੱਲੇ ਭਰਾ ਸਨ। ਉਹਨਾਂ ਦੀ ਮਾਂ ਨੇ ਪਹਿਲਾਂ ਉਹਨਾਂ ਦੀ ਕਮਾਈ ਨਾਲ ਪੂਰਾ ਘਰ ਬਣਾਇਆ ਤੇ ਆਪਣੀਆਂ ਬੇਟੀਆਂ ਦੇ ਰਿਸ਼ਤੇ ਤੈਅ ਕੀਤੇ। ਇਸ ਤੋਂ ਬਾਅਦ ਉਹਨਾਂ ਵਿਆਹ ਮੇਰੀ ਸੱਸ ਨਾਲ ਕੀਤਾ। ਉਹਨਾਂ ਦੀ ਮਾਂ ਨੇ ਜਾਣਬੁੱਝ ਕੇ ਇੱਕ ਛੋਟੀ ਉਮਰ ਦੀ ਲੜਕੀ ਨਾਲ ਉਹਨਾਂ ਦਾ ਵਿਆਹ ਕਰਵਾਇਆ ਤਾਂ ਕਿ ਉਹ ਉਸ ਨੂੰ ਦਬਾ ਕੇ ਰੱਖ ਸਕਣ। ਮੇਰੇ ਸਹੁਰੇ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਮੇਰੀ ਸੱਸ ਨਾਲ ਵਿਆਹ ਹੋ ਗਿਆ ਤੇ ਮੇਰੀ ਸੱਸ ਆਪਣੇ ਸਹੁਰੇ ਘਰ ਆਈ ਤਾਂ ਉਹਨਾਂ ਦੀ ਮਾਂ ਨੇ ਮੇਰੀ ਸੱਸ 'ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਦੀ ਮਾਂ ਮੇਰੀ ਸੱਸ ਨੂੰ ਖਾਣਾ ਤੱਕ ਨਹੀਂ ਸੀ ਦਿੰਦੀ ਤੇ ਸਾਰਾ ਖਾਣਾ ਆਪਣੀਆਂ ਬੇਟੀਆਂ ਕੋਲ ਭਿਜਵਾ ਦਿੰਦੀ ਸੀ। ਮੇਰੀ ਸੱਸ ਦੇ ਹਿੱਸੇ ਹਮੇਸ਼ਾ ਬਚਿਆ ਤੇ ਸੜਿਆ ਹੋਇਆ ਖਾਣਾ ਹੀ ਆਉਂਦਾ ਸੀ, ਪਰ ਮੇਰੀ ਸੱਸ ਨੇ ਕਦੇ ਉਫ ਤੱਕ ਨਹੀਂ ਸੀ ਕੀਤੀ। ਸਹੁਰੇ ਨੇ ਦੱਸਿਆ ਕਿ ਉਹਨਾਂ ਮੇਰੀ ਸੱਸ 'ਤੇ ਇਹ ਸਾਰੇ ਜ਼ੁਲਮ ਦੇਖ ਕੇ ਵੀ ਆਪਣੀ ਮਾਂ ਨੂੰ ਕਦੇ ਨਹੀਂ ਰੋਕਿਆ। ਮੇਰੀ ਸੱਸ ਸਿਰਫ 17 ਸਾਲ ਦੀ ਸੀ ਜਦੋਂ ਉਹਨਾਂ ਦੇ ਘਰ ਮੇਰਾ ਪਤੀ ਅਰਜੁਨ ਪੈਦਾ ਹੋਇਆ। ਭਰਪੇਟ ਖਾਣਾ ਨਾ ਮਿਲਣ ਕਾਰਨ ਮੇਰੀ ਸੱਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗੀ ਸੀ, ਪਰ ਉਸ ਦੇ ਬਾਵਜੂਦ ਵੀ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੀ ਸੱਸ ਦੇ ਸਿਰ 'ਤੇ ਹੀ ਸੀ। ਮੇਰੇ ਸਹੁਰੇ ਦੀਆਂ ਭੈਣਾਂ ਆ ਕੇ ਮੇਰੀ ਸੱਸ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ। ਮੇਰੇ ਸਹੁਰੇ ਦੀ ਬਹੁਤ ਚੰਗੀ ਸਰਕਾਰੀ ਨੌਕਰੀ ਸੀ, ਪਰ ਇਸ ਦੇ ਬਾਵਜੂਦ ਉਹ ਆਪਣੀ ਪਤਨੀ ਨੂੰ ਇੱਕ ਵਕਤ ਦੀ ਚੰਗੀ ਰੋਟੀ ਤੱਕ ਨਹੀਂ ਸੀ ਖਵਾ ਸਕਦੀ। ਜਦੋਂ ਕਿ ਉਹਨਾਂ ਦੀਆਂ ਭੈਣਾਂ ਜਦੋਂ ਵੀ ਰਹਿਣ ਲਈ ਆਉਂਦੀਆਂ ਤਾਂ ਉਹਨਾਂ ਲਈ ਚੰਗੇ ਤੋਂ ਚੰਗਾ ਖਾਣਾ ਬਣਾਇਆ ਜਾਂਦਾ ਤੇ ਮੇਰੀ ਸੱਸ ਸਾਰਾ ਸਮਾਂ ਰਸੋਈ 'ਚ ਹੀ ਕੰਮ ਕਰਦੀ ਰਹਿੰਦੀ ਸੀ ਤੇ ਆਖਰ 'ਚ ਉਹਨਾਂ ਲਈ ਖਾਣੇ ਦਾ ਇੱਕ ਨਿਵਾਲਾ ਵੀ ਨਹੀਂ ਸੀ ਬਚਦਾ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਮੇਰੀ ਸੱਸ ਨੇ ਕਦੇ ਮੇਰੇ ਸਹੁਰੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਕੀਤੀ, ਪਰ ਅਰਜੁਨ ਦੇ ਨਾਲ ਹੋਣ ਵਾਲੇ 2 ਬੱਚੇ ਮੇਰੀ ਸੱਸ ਦੀ ਖਰਾਬ ਸਿਹਤ ਕਰਕੇ ਮਰੇ ਹੋਏ ਪੈਦਾ ਹੋਏ, ਜਿਸ ਕਰਕੇ ਮੇਰੀ ਸੱਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਉਹ ਪੂਰੀ ਤਰ੍ਹਾਂ ਬਿਸਤਰ 'ਤੇ ਪੈ ਗਈ। ਜਦੋਂ ਤੱਕ ਉਹ ਕੰਮ ਕਰਨ ਦੇ ਕਾਬਲ ਸੀ ਤਾਂ ਉਹਨਾਂ ਦੀ ਮਾਂ ਤੇ ਭੈਣਾਂ ਨੇ ਉਸ ਨੂੰ ਪੂਰੀ ਤਰ੍ਹਾਂ ਇਸਤੇਮਾਲ ਕੀਤਾ, ਪਰ ਜਦੋਂ ਉਹ ਕੰਮ ਕਰਨ ਦੇ ਕਾਬਲ ਨਾ ਰਹੀ ਤਾਂ ਅਰਜੁਨ ਦੀ ਦਾਦੀ ਨੇ ਮੇਰੀ ਸੱਸ ਨੂੰ ਇੱਕ ਕਮਰੇ 'ਚ ਤਾੜ ਦਿੱਤਾ ਤੇ ਉਹਨਾਂ ਨੂੰ ਖਾਣਾ ਵੀ ਨਾ ਦਿੱਤਾ ਜਾਂਦਾ। ਮੇਰੇ ਸਹੁਰੇ ਦੀਆਂ ਭੈਣਾਂ ਮੇਰੇ ਸਹੁਰੇ ਦੀ ਕਮਾਈ ਤੇ ਐਸ਼ ਕਰ ਰਹੀਆਂ ਸਨ, ਜਦੋਂ ਕਿ ਉਹਨਾਂ ਦੀ ਆਪਣੀ ਪਤਨੀ ਭੁੱਖੀ ਸੀ। ਦਿਨ ਬ ਦਿਨ ਮੇਰੀ ਸੱਸ ਬਿਮਾਰ ਹੁੰਦੀ ਗਈ। ਇਸ ਸ਼ਹਿਰ 'ਚ ਉਹਨਾਂ ਦਾ ਕੋਈ ਨਹੀਂ ਸੀ, ਕਿਉਂਕਿ ਉਹ ਦੂਜੇ ਸ਼ਹਿਰ ਤੋਂ ਸਨ ਤੇ ਉਹਨਾਂ ਦੇ ਮਾਤਾ ਪਿਤਾ ਨੇ ਵੀ ਪਲਟ ਕੇ ਆਪਣੀ ਧੀ ਦਾ ਕਦੇ ਹਾਲ ਨਹੀਂ ਸੀ ਪੁੱਛਿਆ। ਇਸ ਤੋਂ ਬਾਅਦ ਮੇਰੀ ਸੱਸ ਨੇ 2 ਹੋਰ ਬੇਟੀਆਂ ਨੂੰ ਜਨਮ ਦਿੱਤਾ, ਜਿਸ ਕਰਕੇ ਉਹਨਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਖਰਾਬ ਹੋ ਗਈ। ਇੱਕ ਦਿਨ ਅਰਜੁਨ ਦੀ ਦਾਦੀ ਨੇ ਮੇਰੀ ਸੱਸ 'ਤੇ ਝੂਠੇ ਦੋਸ਼ ਲਾਏ ਤੇ ਮੇਰੇ ਸਹੁਰੇ ਨੂੰ ਮਜਬੂਰ ਕਰ ਦਿੱਤਾ ਕਿ ਉਹ ਮੇਰੀ ਸੱਸ ਨੂੰ ਤਲਾਕ ਦੇ ਦੇਣ। ਇਸ ਤਰ੍ਹਾਂ ਉਹਨਾਂ ਨੇ ਮੇਰੀ ਸੱਸ ਨੂੰ ਤਲਾਕ ਦੇ ਦਿੱਤਾ। ਆਪਣੇ ਸਹੁਰੇ ਦੀ ਇਹ ਗੱਲ ਸੁਣ ਕੇ ਮੇਰੇ ਰੋਂਗਟੇ ਖੜੇ ਹੋ ਗਏ ਕਿ ਮੇਰੀ ਸੱਸ ਸਹੁਰਾ ਹੁਣ ਪਤੀ ਪਤਨੀ ਨਹੀਂ ਰਹੇ। ਇਹ ਗੱਲ ਤਾਂ ਮੇਰੇ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ। ਆਪਣੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਵੀ ਮੇਰੀ ਸੱਸ ਨੂੰ ਮਜਬੂਰਨ ਇਸੇ ਘਰ 'ਚ ਰਹਿਣਾ ਪਿਆ। ਉਹ ਪਹਿਲਾਂ ਨੌਕਰਾਨੀ ਵਰਗੀ ਜ਼ਿੰਦਗੀ ਗੁਜ਼ਾਰ ਰਹੀ ਸੀ, ਪਰ ਹੁਣ ਤਾਂ ਉਹਨਾਂ ਦੀ ਹੈਸੀਅਤ ਮਿੱਟੀ ਦੇ ਬਰਾਬਰ ਵੀ ਨਹੀਂ ਸੀ। ਉਹਨਾਂ ਨੇ ਬਹੁਤ ਬੁਰੇ ਹਾਲਾਤਾਂ 'ਚ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤੇ ਫਿਰ ਦੇਖਦੇ ਹੀ ਦੇਖਦੇ ਕੁਝ ਸਾਲਾਂ 'ਚ ਮੇਰੇ ਸਹੁਰੇ ਦੀ ਮਾਂ ਦੀ ਮੌਤ ਹੋ ਗਈ। ਮੇਰਾ ਸਹੁਰਾ ਵੀ ਰਿਟਾਇਰ ਹੋ ਗਿਆ ਸੀ ਤਾਂ ਉਹਨਾਂ ਦੀਆਂ ਭੈਣਾਂ ਵੀ ਆਪਣੀ ਆਪਣੀ ਜ਼ਿੰਦਗੀ 'ਚ ਮਗਨ ਹੋ ਗਈਆਂ, ਕਿਉਂਕਿ ਹੁਣ ਉਹਨਾਂ ਦੇ ਭਰਾ ਕੋਲ ਪੈਸਾ ਨਹੀਂ ਸੀ ਜਿਸ 'ਤੇ ਉਹ ਐਸ਼ ਕਰ ਸਕਣ। ਇੰਨੇ ਸਾਲਾਂ 'ਚ ਅਰਜੁਨ ਕਾਫੀ ਵੱਡਾ ਹੋ ਗਿਆ ਸੀ ਤੇ ਉਸਨੇ ਆਪਣੀ ਮਾਂ 'ਤੇ ਹੋਣ ਵਾਲੇ ਸਾਰੇ ਜ਼ੁਲਮਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਮੇਰੇ ਸਹੁਰੇ ਦੇ ਰਿਟਾਇਰ ਹੋਣ ਤੋਂ ਬਾਅਦ ਅਰਜੁਨ ਨੇ ਨੌਕਰੀ ਸ਼ੁਰੂ ਕਰ ਦਿੱਤੀ ਤੇ ਇਨ ਛੋਟੀ ਮੋਟੀ ਨੌਕਰੀ ਕਰਕੇ ਉਸਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਘਰ ਦੇ ਖਰਚੇ ਵੀ ਚਲਾਉਣੇ ਸ਼ੁਰੂ ਕਰ ਦਿੱਤੇ।
ਹੌਲੀ ਹੌਲੀ ਘਰ 'ਚ ਅਰਜੁਨ ਦੇ ਉਸਦੀ ਮਾਂ ਦਾ ਪਲੜਾ ਭਾਰੀ ਹੋ ਗਿਆ ਤੇ ਮੇਰੇ ਸਹੁਰੇ ਦੀ ਹੈਸੀਅਤ ਉਹੀ ਹੋ ਗਈ ਜੋ ਅਰਜੁਨ ਦੀ ਮਾਂ ਦੀ ਸੀ। ਸਮੇਂ ਦਾ ਪਹੀਆ ਬਹੁਤ ਤੇਜ਼ੀ ਨਾਲ ਘੁੰਮ ਰਿਹਾ ਸੀ ਤੇ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਸਨ। ਹੁਣ ਮੇਰਾ ਸਹੁਰਾ ਮਜਬੂਰ ਹੋ ਚੁੱਕਿਆ ਸੀ ਤੇ ਉਹ ਮੇਰੀ ਸੱਸ ਦੇ ਰਹਿਮੋ ਕਰਮ ਤੇ ਪਿਆ ਰਹਿੰਦਾ। ਉਹਨਾਂ ਨੂੰ ਪੁੱਛਣ ਵਾਲਾ ਹੁਣ ਕੋਈ ਨਹੀਂ ਸੀ। ਮੇਰੇ ਸਹੁਰੇ ਤੇ ਸੱਸ ਦਾ ਤਲਾਕ ਹੋ ਚੁੱਕਾ ਸੀ, ਪਰ ਇਸ ਦੇ ਬਾਵਜੂਦ ਵੀ ਅਰਜੁਨ ਦੀ ਮਾਂ ਇਸੇ ਘਰ 'ਚ ਰਹਿਣ ਲਈ ਮਜਬੂਰ ਸੀ। ਪਰ ਹੁਣ ਇਹ ਮੇਰੇ ਸਹੁਰੇ ਦੀ ਮਜਬੂਰੀ ਬਣ ਚੁੱਕੀ ਸੀ ਕਿ ਹੁਣ ਉਹ ਮੇਰੀ ਸੱਸ ਨੂੰ ਇਸ ਘਰੋਂ ਜਾਣ ਨਹੀਂ ਦੇ ਸਕਦਾ ਸੀ, ਕਿਉਂਕਿ ਜੇਕਰ ਉਹ ਚਲੀ ਜਾਂਦੀ ਤਾਂ ਉਹ ਇਕੱਲੇ ਰਹਿ ਜਾਂਦੇ ਤੇ ਇਸ ਵੱਡੇ ਘਰ 'ਚ ਇਕੱਲੇ ਕੀ ਕਰਦੇ। ਉਹਨਾਂ ਦੀ ਉਮਰ ਵੀ ਬਹੁਤ ਹੋ ਚੁੱਕੀ ਸੀ। ਉਹਨਾਂ ਦੇ ਬੱਚੇ ਵੀ ਉਹਨਾਂ ਨਾਲ ਨਫ਼ਰਤ ਕਰਨ ਲੱਗੇ ਸਨ ਤੇ ਅਰਜੁਨ ਦੀ ਮਾਂ ਦੇ ਦਿਲ 'ਚ ਵੀ ਉਹਨਾਂ ਲਈ ਕੋਈ ਹਮਦਰਦੀ ਨਹੀਂ ਸੀ, ਕਿਉਂਕਿ ਵਿਆਹ ਦੇ ਜਿੰਨੇ ਸਾਲ ਵੀ ਉਹ ਉਹਨਾਂ ਨਾਲ ਰਹੀ ਉਸ 'ਤੇ ਭੋਰਾ ਵੀ ਰਹਿਮ ਨਹੀਂ ਕੀਤਾ, ਸਗੋਂ ਹਮੇਸ਼ਾ ਆਪਣੀ ਮਾਂ ਦਾ ਹੀ ਸਾਥ ਦਿੱਤਾ। ਮਾਂ ਦੇ ਜਾਣ ਤੇ ਰਿਟਾਇਰਮੈਂਟ ਤੋਂ ਬਾਅਦ ਜਦੋਂ ਉਹ ਆਪਣੀਆਂ ਭੈਣਾਂ ਨੂੰ ਪੈਸਾ ਨਹੀਂ ਦੇ ਸਕੇ ਤਾਂ ਉਹ ਉਹਨਾਂ ਨੂੰ ਛੱਡ ਗਈਆਂ ਤੇ ਉਸ ਸਮੇਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਪਤੀ ਪਤਨੀ ਇੱਕ ਦੂਜੇ ਲਈ ਕਿੰਨੇ ਜ਼ਰੂਰੀ ਹਨ। ਜੇਕਰ ਉਹ ਆਪਣੀ ਪਤਨੀ ਨੂੰ ਉਸ ਦਾ ਸਹੀ ਹੱਕ ਦੇ ਦਿੰਦੇ ਜਿਸ ਦੀ ਉਹ ਹੱਕਦਾਰ ਸੀ ਤਾਂ ਉਹ ਵੀ ਆਪਣੇ ਅਸਲ ਮੁਕਾਮ ਤੇ ਹੁੰਦੇ। ਉਹਨਾਂ ਦੇ ਬੱਚੇ ਵੀ ਉਹਨਾਂ ਨਾਲ ਪਿਆਰ ਕਰਦੇ, ਉਹਨਾਂ ਦੀ ਇੱਜ਼ਤ ਕਰਦੇ। ਉਹਨਾਂ ਦੀ ਪਤਨੀ ਉਹਨਾਂ ਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਦੀ, ਪਰ ਉਹਨਾਂ ਖੁਦ ਹੀ ਆਪਣੇ ਹੱਥਾਂ ਨਾਲ ਹਰ ਰਿਸ਼ਤੇ ਨੂੰ ਬਰਬਾਦ ਕੀਤਾ। ਆਪਣੀਆਂ ਅੱਖਾਂ ਸਾਹਮਣੇ ਸਭ ਕੁਝ ਗਲਤ ਹੁੰਦੇ ਦੇਖਿਆ ਤੇ ਕਦੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਦਾ ਨਤੀਜਾ ਅੱਜ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹ ਅੱਜ ਵੀ ਇਹੀ ਸੋਚ ਕੇ ਤਕਲੀਫ ਬਰਦਾਸ਼ਤ ਕਰ ਰਹੇ ਹਨ ਕਿ ਹੋ ਸਕਦਾ ਹੈ ਕਿ ਇਸੇ ਤਰ੍ਹਾਂ ਉਹਨਾਂ ਨੂੰ ਇਸ ਦੁਨੀਆ 'ਚ ਮਾਫੀ ਮਿਲ ਜਾਵੇ। ਮੇਰਾ ਸਹੁਰਾ ਆਪਣੀ ਸਾਰੀ ਗੱਲ ਸੁਣਾ ਕੇ ਚੁੱਪ ਹੋ ਚੁੱਕਾ ਸੀ, ਪਰ ਮੇਰੀਆਂ ਅੱਖਾਂ 'ਚੋਂ ਲਗਾਤਾਰ ਹੰਝੂ ਵਗ ਰਹੇ ਸਨ। ਅੱਜ ਮੈਨੂੰ ਸਮਝ ਆ ਰਿਹਾ ਸੀ ਕਿ ਮੇਰੀ ਸੱਸ ਦਾ ਵਤੀਰਾ ਮੇਰੇ ਨਾਲ ਇੰਨਾ ਚੰਗਾ ਕਿਵੇਂ ਹੈ। ਉਹਨਾਂ ਨੇ ਜਿੰਨੀ ਵੀ ਤਕਲੀਫ ਦੇਖੀ ਸੀ ਉਹ ਮੈਨੂੰ ਉਸ ਤੋਂ ਬਹੁਤ ਦੂਰ ਰੱਖਣਾ ਚਾਹੁੰਦੀ ਸੀ। ਆਪਣੇ ਘਰ ਤੋਂ ਜ਼ਿਆਦਾ ਸਕੂਨ ਮੈਨੂੰ ਮੇਰੀ ਸੱਸ ਨੇ ਇਸ ਘਰ 'ਚ ਦਿੱਤਾ ਸੀ। ਜਿਵੇਂ ਜਿਵੇਂ ਦਿਨ ਲੰਘਦਾ ਜਾ ਰਿਹਾ ਸੀ ਸਾਰੇ ਆਪਣੇ ਆਪਣੇ ਕਮਰਿਆਂ 'ਚੋਂ ਨਿਕਲਣ ਲੱਗੇ ਸਨ। ਮੈਂ ਆਪਣੀਆਂ ਅੱਖਾਂ ਸਾਫ਼ ਕਰਕੇ ਰਸੋਈ 'ਚ ਆ ਗਈ ਸੀ। ਇੱਕ ਨਵਾਂ ਦਿਨ ਸ਼ੁਰੂ ਹੋ ਚੁੱਕਾ ਸੀ। ਉਸ ਨਵੇਂ ਦਿਨ 'ਚ ਮੇਰਾ ਸਹੁਰਾ ਆਪਣੇ ਕੀਤੇ ਤੇ ਸ਼ਰਮਿੰਦਾ ਸੀ ਤੇ ਹੁਣ ਮੈਨੂੰ ਇਹੀ ਕੋਸ਼ਿਸ਼ ਕਰਨੀ ਸੀ ਕਿ ਆਉਣ ਵਾਲੇ ਸਮੇਂ 'ਚ ਕਿਸੇ ਤਰ੍ਹਾਂ ਉਹਨਾਂ ਨੂੰ ਮਾਫੀ ਦਿਵਾ ਸਕਾਂ। ਭਗਵਾਨ ਵੀ ਆਪਣੇ ਭਗਤਾਂ ਤੇ ਹਜ਼ਾਰਾਂ ਪਾਪਾਂ ਨੂੰ ਮਾਫ ਕਰ ਦਿੰਦਾ ਹੈ ਤੇ ਅਸੀਂ ਤਾਂ ਫਿਰ ਵੀ ਇਨਸਾਨ ਹਾਂ। ਅਸੀਂ ਇਨਸਾਨ ਕਿਉਂ ਦੂਜੇ ਇਨਸਾਨ ਦੀਆਂ ਗਲਤੀਆਂ ਨੂੰ ਮਾਫ ਨਹੀਂ ਕਰ ਸਕਦੇ। ਹੁਣ ਜਦੋਂ ਮੇਰੇ ਸਹੁਰੇ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਚੁੱਕਾ ਸੀ ਤਾਂ ਮੈਂ ਚਾਹੁੰਦੀ ਸੀ ਕਿ ਮੇਰੀ ਸੱਸ ਵੀ ਉਹਨਾਂ ਨੂੰ ਮਾਫ ਕਰ ਦੇਵੇ। ਉਹਨਾਂ 'ਚ ਪਹਿਲਾ ਵਰਗਾ ਰਿਸ਼ਤਾ ਤਾਂ ਨਹੀਂ ਸੀ, ਪਰ ਉਹਨਾਂ ਵਿਚਕਾਰ ਉਹਨਾਂ ਦੋਵਾਂ ਦੇ ਬੱਚੇ ਸਨ ਜਿਨ੍ਹਾਂ ਦੇ ਬਿਹਤਰ ਭਵਿੱਖ ਲਈ ਜ਼ਰੂਰੀ ਸੀ ਕਿ ਘਰ ਦੇ ਵੱਡਿਆਂ ਨੂੰ ਇੱਜ਼ਤ ਦਿੱਤੀ ਜਾਵੇ। ਪਰ ਸਭ ਜਾਣਦੇ ਹੋਏ ਵੀ ਚੁੱਪ ਰਹਿਣਾ ਮੇਰੇ ਲਈ ਬਹੁਤ ਮੁਸ਼ਕਿਲ ਸੀ। ਇਹ ਇੱਕ ਹਕੀਕਤ ਹੈ ਕਿ ਜੋ ਪਤੀ ਜਵਾਨੀ 'ਚ ਆਪਣੀ ਪਤਨੀ ਨੂੰ ਇੱਜ਼ਤ ਤੇ ਉਹ ਹੱਕ ਨਹੀਂ ਦਿੰਦੇ ਉਹਨਾਂ ਨੂੰ ਬੁਢਾਪੇ 'ਚ ਦੁੱਖ ਝੱਲਣੇ ਪੈਂਦੇ ਹਨ। ਮੈਂ ਨਹੀਂ ਜਾਣਦੀ ਸੀ ਕਿ ਮੇਰੇ ਕਹੇ ਗਏ ਸ਼ਬਦ ਮੇਰੇ ਪਤੀ ਦੇ ਦਿਲ 'ਚ ਉਤਰ ਜਾਣਗੇ ਤੇ ਉਹਨਾਂ ਦਾ ਦਿਲ ਆਪਣੇ ਪਿਤਾ ਲਈ ਨਰਮ ਪੈ ਜਾਵੇਗਾ। ਹੁਣ ਸਭ ਤੋਂ ਮੁਸ਼ਕਿਲ ਕੰਮ ਤਾਂ ਸੱਸ ਨੂੰ ਸਮਝਾਉਣਾ ਸੀ, ਜਿਸ 'ਚ ਮੇਰੇ ਪਤੀ ਨੇ ਮੇਰਾ ਪੂਰਾ ਸਾਥ ਦਿੱਤਾ ਤੇ ਆਪਣੇ ਪਿਤਾ ਨੂੰ ਉਹਨਾਂ ਦਾ ਸਥਾਨ ਦੇਣ ਦਾ ਕਾਮਯਾਬ ਹੋ ਰਹੇ। ਸੋ ਦੋਸਤੋ, ਤੁਹਾਡਾ ਕੀ ਖਿਆਲ ਹੈ ਕਿ ਸੱਚਾਈ ਜਾਣ ਕੇ ਮੈਂ ਆਪਣੇ ਸਹੁਰੇ ਨੂੰ ਉਹਨਾਂ ਦਾ ਅਸਲ ਮੁਕਾਮ ਦਿਵਾ ਕੇ ਸਹੀ ਕੀਤਾ ਜਾਂ ਮੈਨੂੰ ਆਪਣੇ ਸਹੁਰੇ ਨੂੰ ਉਹਨਾਂ ਦੇ ਹਾਲ 'ਤੇ ਛੱਡ ਦੇਣਾ ਚਾਹੀਦਾ ਸੀ? ਧੰਨਵਾਦ।